हेलो एवरीवन, वेलकम टू माय यूट्यूब चैनल टर्निंग पॉइंट विद डॉक्टर मीनू। ਅੱਜ ਦੀ ਵੀਡੀਓ ਹੈ ਜੋ ਉਹ ਵਰਕਸ਼ੀਟ ਨੰਬਰ 3 ਕਲਾਸ 8 ਦਾ ਜੋ ਚੈਪਟਰ ਹੈ ਅੰਡਰਸਟੈਂਡਿੰਗ ਕੁਆਡਰੀਲੇਟਰਲਸ ਚਤੁਰਭੁਜਾਂ ਨੂੰ ਸਮਝਣ ਦੇ ਨਾਲ ਰਿਲੇਟਡ ਹੈ। ਇਸ ਵੀਡੀਓ ਦੇ ਵਿੱਚ ਇਸ ਵਰਕਸ਼ੀਟ ਦਾ ਸੋਲੂਸ਼ਨ ਹੈ। ਸੋ ਚਲੋ ਸਟਾਰਟ ਕਰਦੇ ਹਾਂ ਵੀਡੀਓ। ਹਾਂਜੀ, ਜੋ ਸਭ ਤੋਂ ਫਸਟ ਕੁਐਸਚਨ ਹੈ ਮੈਚ ਦਾ ਕਾਲਮ। ਮੈਚ ਦਾ ਕਾਲਮ ਦੇ ਵਿੱਚ ਦੇਖੋ ਕੀ ਗਿਵਨ ਹੈ ਤੁਹਾਨੂੰ ਸਾਧਾਰਨ ਬੰਦ ਵਕਰ। ਅਸੀਂ ਇਹਦੇ ਵਿੱਚੋਂ ਆਇਡੈਂਟੀਫਾਈ ਕਰਨਾ ਹੈ ਕਿ ਸਿੰਪਲ ਕਲੋਜ਼ਡ ਕਰਵ ਕਿਹੜੀ ਹੈ। ਸਿੰਪਲ ਸਾਧਾਰਨ ਇਹਦਾ ਮਤਲਬ ਕੀ ਹੈ ਜਿਹੜੀ ਕਿਸੇ ਨੂੰ ਕੱਟਦੀ ਨਹੀਂ। ਕੱਟਣ ਵਾਲੀਆਂ ਕਿਹੜੀਆਂ ਕਿਹੜੀਆਂ ਹੈ, ਇੱਕ ਇਹ ਹੈ ਤੇ ਇੱਕ ਇਹ। ਇਹਦਾ ਮਤਲਬ ਇਹ ਦੋਨੋਂ ਤਾਂ ਨਹੀਂ ਹੋ ਸਕਦੀਆਂ। ਉਸ ਤੋਂ ਬਾਅਦ ਕੀ ਹੈ ਨਾਲ ਕਲੋਜ਼ ਬੰਦ, ਦੋਨਾਂ ਦੇ ਵਿੱਚੋਂ ਬੰਦ ਕਿਹੜੀ ਹੈ, ਇਹ ਵਾਲੀ ਫਿਗਰ। ਸੋ ਇਹ ਆਏਗਾ ਇਹਦਾ ਆਂਸਰ। ਸੈਕਿੰਡ ਕੀ ਹੈ ਬੰਦ ਵਕਰ ਜੋ ਸਾਧਾਰਨ ਨਹੀਂ ਹੈ। ਸਾਧਾਰਨ ਨਹੀਂ ਮਤਲਬ ਕੀ ਹੈ ਉਹ ਕੱਟੇਗੀ, ਕੱਟਣ ਦੇ ਬਾਅਦ ਕੀ ਆ ਵੀ ਕੱਟ ਰਹੀ ਹੈ ਤੇ ਆ ਵੀ ਨਾਲ ਕੀ ਕਿਹਾ ਹੈ ਬੰਦ ਹੈ। ਸੋ ਸੈਕਿੰਡ ਦਾ ਜੋ ਆਂਸਰ ਹੈ ਉਹ ਕੀ ਬਣੇਗਾ ਲਾਸਟ ਆਪਸ਼ਨ। तो सेकंड ਦੀ ਲਾਸਟ ਆਪਸ਼ਨ ਹੈ। ਥਰਡ ਕੀ ਹੈ ਸਾਧਾਰਨ ਵਕਰ ਜੋ ਕਿ ਬੰਦ ਨਹੀਂ ਹੈ। यदि ऑप्शन की बचेगी फिर ये ਤੁਹਾਡੇ ਕੋਲ ਆ ਗਈ फर्स्ट ऑप्शन। नेक्स्ट लास्ट की है साधारण वक्र नहीं है, नॉट ए सिंपल। ये की है एक क्रॉस कर रही इथों कट रही है। सो ए वाली वक्र की बन गई ਤੁਹਾਡੇ ਕੋਲ साधारण नहीं है। हाँ जी, सैकेंड दा फर्स्ट की है ਚਾਰ ਭੁਜਾਵਾਂ ਦੀ ਬੰਦ ਆਕ੍ਰਿਤੀ ਨੂੰ ਡੈਸ਼ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਚਤੁਰਭੁਜ। ਇੰਗਲਿਸ਼ ਦੇ ਵਿੱਚ ਕੀ ਬੋਲਦੇ ਆ ਕੁਆਡਰੀਲੇਟਰਲਸ, ਜੋ ਕਿ ਤੁਹਾਡੇ ਚੈਪਟਰ ਦਾ ਨਾਮ ਹੀ ਹੈ। ਠੀਕ ਹੈ, ਚਾਰ ਭੁਜਾਵਾਂ ਉਹਦੀਆਂ ਹੁੰਦੀਆਂ ਤੇ ਆਕ੍ਰਿਤੀ ਕੀ ਹੁੰਦੀ ਹੈ ਬੰਦ ਹੁੰਦੀ ਹੈ। ਕੁਝ ਵੀ ਕਿਸੇ ਵੀ ਤਰ੍ਹਾਂ ਦੀ ਲੈ ਸਕਦੇ ਆ, ਚਾਰ ਭੁਜਾਵਾਂ ਵਾਲੀ ਬੰਦ ਆਕ੍ਰਿਤੀ। ਨੈਕਸਟ ਕੀ ਹੈ ਸੈਕਿੰਡ ਚਤੁਰਭੁਜ ਦੇ ਅੰਦਰੂਨੀ ਕੋਣਾਂ ਦੀ ਗਿਣਤੀ ਡੈਸ਼ ਹੁੰਦੀ ਹੈ। ਹੁਣ ਚਤੁਰਭੁਜ ਰਿਹਾ ਇਹ, ਇਹਦੇ ਅੰਦਰਲੇ ਕੋਣ ਦੇਖੋ ਇਹ ਹੈ ਇੱਕ ਕੋਣ 1 2 3 ਐਂਡ 4। ਸੋ ਟੋਟਲ ਕਿੰਨੇ 4 ਹੋ ਗਏ ਦੇ, ਟੋਟਲ ਕਿੰਨੇ ਕੋਣ ਹੋ ਗਏ ਦੇ 4। ਅੰਦਰੂਨੀ ਕੋਣਾਂ ਦੀ ਗਿਣਤੀ ਕਿੰਨੀ ਹੋਗੀ 4, 4 ਨੰਬਰ ਹੋ ਗਏ ਇੰਟੀਰੀਅਰ ਐਂਗਲਸ। ਥਰਡ ਕੀ ਹੈ ਉੱਤਲ ਬਹੁਪਦ ਦਾ ਹਰੇਕ ਅੰਦਰਲਾ ਕੋਣ ਡੈਸ਼ ਤੋਂ ਛੋਟਾ ਹੁੰਦਾ ਹੈ। ਇਹ ਕਿੰਨੇ ਤੋਂ ਛੋਟਾ ਹੁੰਦਾ ਹੈ 180 ਡਿਗਰੀ ਤੋਂ। ਉੱਤਲ ਦਾ 180 ਡਿਗਰੀ ਤੋਂ ਛੋਟਾ ਹੁੰਦਾ ਹੈ। ਅਤੇ ਫੋਰਥ ਪਾਰਟ ਦੇ ਵਿੱਚ ਦੇਖੋ ਕੀ ਹੈ ਡੈਸ਼ ਬਹੁਭੁਜ ਦਾ ਘੱਟੋ ਘੱਟ ਇੱਕ ਅੰਦਰੂਨੀ ਕੋਣ 180 ਤੋਂ ਵੱਧ ਹੁੰਦਾ ਹੈ। ਕਿਹਦਾ ਵੱਧ ਹੁੰਦਾ ਹੈ ਉਹ ਆ ਗਿਆ ਤੁਹਾਡੇ ਕੋਲ ਅਵਤਲ ਬਹੁਪਦ ਦਾ। ਠੀਕ ਹੈ, ਡਿਫਰੈਂਸ ਵੀ ਦੋਨਾਂ 'ਚ ਹੋ ਗਿਆ ਉੱਤਲ ਬਹੁਭੁਜ ਤੇ ਅਵਤਲ ਬਹੁਭੁਜ। ਉੱਤਲ ਬਹੁਭੁਜ ਦੇ ਵਿੱਚ ਕੀ ਹੁੰਦਾ ਹਰੇਕ ਅੰਦਰਲਾ ਕੋਣ 180 ਤੋਂ ਘੱਟ ਹੁੰਦਾ ਹੈ ਤੇ ਅਵਤਲ ਦੇ ਵਿੱਚ ਕੀ ਹੁੰਦਾ ਹੈ ਘੱਟੋ ਘੱਟ ਇੱਕ ਅੰਦਰੂਨੀ ਕੋਣ ਹੈ ਉਹ 180 ਤੋਂ ਵੱਧ ਬਣੇਗਾ। ਠੀਕ ਹੈ, ਇਹਦੇ ਵਿੱਚ ਇੰਗਲਿਸ਼ ਦੇ ਵਿੱਚ ਕੀ ਆ ਜਾਏਗਾ ਇਹਦਾ ਕਨਕੇਵ ਤੇ ਇੱਥੇ ਇਹਦਾ 180। ਹਾਂਜੀ, ਥਰਡ ਦਾ ਫਸਟ ਪਾਰਟ ਦੇਖੋ ਕੀ ਹੈ ट्रू फॉल्स है, सही गलत है। चतुर्भुज के अंदरूनी कोणों का जोड़ 360 होता है। बिल्कुल ठीक है कि अंदरूनी कोण जिहड़े है जे कोण 4 है ये वाले कोण है इन्हां दा सारियां दा जोड़ के इहदे बराबर हुंदा है 360 डिग्री। सैकेंड पार्ट देखो सम चतुर्भुज दीयां चारे भुजावां बराबर हुंदियां हन। नाम देखो सम मतलब समान, चतुर्भुज का मतलब चार भुजावां वाला। सो पूरा मिला के देखो समान चारों भुजावां समान वाला, ਇਹਦਾ मतलब चारे भुजावां की ਹੁੰਦੀਆਂ ਹੁੰਦੀਆਂ समान ਹੋਣਗੀਆਂ। समान मतलब इक्वल। सो ਇਹ ਕੀ ਤੁਹਾਡੇ ਕੋਲ ਆ ਜਾਏਗਾ ट्रू सही। थर्ड है समांतर चतुर्भुज ਦੀਆਂ ਸਨਮੁਖ ਭੁਜਾਵਾਂ ਸਮਾਨਾਂਤਰ ਹੁੰਦੀਆਂ ਹਨ। सो ਇਹ ਵੀ ਤੁਹਾਡੇ ਕੋਲ ਕੀ ਹੈ सही, ठीक है। ठीक है, समांतर चतुर्भुज है इस तरह ਦੀ ਤਾਂ ਇਹਦੀਆਂ ਜੋ ਸਾਹਮਣੇ ਵਾਲੀਆਂ ਭੁਜਾਵਾਂ ਹੈ ਉਹ ਕੀ ਹੁੰਦੀਆਂ समानांतर ਹੁੰਦੀਆਂ ਹਨ। सो ठीक है आंसर ए भी। देखो फोर्थ की है जेकर ए बी सी डी एक चतुर्भुज है तो दसो इस विच। फर्स्ट पार्ट की सी दसना लागमियां भुजावां दे जोड़े। लागमियां भुजावां दा मतलब की है लागमियां भुजावां जिद्दां ए बी है, ए बी दे नाल वाली भुजा किहड़ी किहड़ी है बी सी ते दूसरी किहड़ी है डी ए। सो असीं लिख सकते हैं किहड़ियां किहड़ियां हो गई लागमियां भुजावां, एक हो गई ए बी दे नाल की है बी सी, ये हो गई फर्स्ट। दूसरी की है तुहाडे कोल BC, BC दे नाल किहड़ी हो गई BC ते CD। थर्ड की बनती पई है CD, CD दे नाल किहड़ी बन गई
DA ਅਤੇ DA ਦੇ ਨਾਲ ਕਿਹੜੀ ਬਣਦੀ ਪਈ ਆ AB। ਸੋ ਇਹ ਤੁਹਾਡੇ ਕੋਲ ਕੀ ਹੈ ਲਾਜ਼ਮੀਆਂ ਭੁਜਾਵਾਂ ਦੇ ਜੋੜੇ। ਸੈਕਿੰਡ ਪਾਰਟ ਦੇਖੋ ਸਨਮੁਖ ਭੁਜਾਵਾਂ ਪੇਅਰ ਆਫ ਆਪੋਜ਼ਿਟ ਸਾਈਡ। ਆਪੋਜ਼ਿਟ ਸਾਈਡ ਕਿਹੜੀ ਕਿਹੜੀ ਹੋ ਗਈ ਹੁਣ AB ਦੇ ਆ ਤਾਂ ਨਾਲ ਦੀਆਂ ਭੁਜਾਵਾਂ ਹੋ ਗਈ ਸੀ, ਆਪੋਜ਼ਿਟ ਮਤਲਬ ਜਿਹੜੀ ਇਹਦੇ ਬਿਲਕੁਲ ਉਲਟ ਹੈ, ਸਨਮੁਖ ਹੈ। AB ਦੇ ਸਨਮੁਖ ਕਿਹੜੀ ਹੈ CD। ਸੋ ਪਹਿਲਾ ਕੀ ਆ ਗਿਆ ਤੁਹਾਡੇ ਕੋਲ AB ਦੇ ਨਾਲ ਕਿਹੜੀ ਆ ਗਈ AB ਤੇ CD, ਤੇ ਦੂਸਰਾ ਕਿਹੜਾ ਹੈ BC ਦੇ ਨਾਲ ਕਿਹੜਾ ਹੈ AD। ਇਹ ਬਣ ਗਿਆ ਤੁਹਾਡੇ ਕੋਲ BC ਤੇ AD। ਥਰਡ ਦੇਖੋ ਕੀ ਹੈ ਸਨਮੁਖ ਕੋਣਾਂ ਦੇ ਜੋੜ ਪੇਅਰ ਆਫ ਆਪੋਜ਼ਿਟ ਐਂਗਲਸ। ਆਪੋਜ਼ਿਟ ਮਤਲਬ ਕੀ ਹੈ ਇਹ ਐਂਗਲ ਇੱਕ A ਆ, ਇਹਦੇ ਨਾਲ ਵਾਲੇ ਇਹ ਹੋ ਗਏ ਆਪੋਜ਼ਿਟ ਕਿਹੜੇ ਬਣ ਗਏ ਇਹ ਦੋਨੋਂ। ਸੋ A ਦਾ ਆਪੋਜ਼ਿਟ ਕੀ ਬਣ ਗਿਆ ਸਨਮੁਖ ਕੋਣਾਂ ਦੇ ਜੋੜੇ, A ਦਾ ਆਪੋਜ਼ਿਟ ਕੀ ਬਣ ਗਿਆ A ਦਾ D ਬਣ ਗਿਆ ਅਤੇ B ਦਾ ਆਪੋਜ਼ਿਟ ਕਿਹੜਾ ਬਣ ਗਿਆ D। ਸੋ B ਦੇ ਆਪੋਜ਼ਿਟ ਕੀ ਹੈ B ਤੇ D। ਫੋਰਥ ਦੇਖੋ ਲਾਗਵੇਂ ਕੋਣਾਂ ਦੇ ਜੋੜੇ। ਲਾਗਵੇਂ ਕੋਣ ਕਿਹੜੇ ਕਿਹੜੇ ਹੁੰਦੇ ਆ ਜਿੱਦਾਂ A ਦੇ ਨਾਲ ਕਿਹੜਾ ਕੋਣ ਸੀ B, B ਦੇ ਨਾਲ C, C ਦੇ ਨਾਲ D ਤੇ D ਦੇ ਨਾਲ A। ਠੀਕ ਹੈ ਇਹ ਬਣ ਜਾਏਗਾ। ਨੈਕਸਟ ਫਿਫਥ ਪਾਰਟ ਦੇਖੋ ਕਿਸੇ ਬਹੁਭੁਜ ਦੇ ਅੰਦਰਲੇ ਕੋਣਾਂ ਦਾ ਜੋੜ x - 2 × 180। ਬੇਟਾ ਇਹ ਵਾਲਾ ਫਾਰਮੂਲਾ ਤੁਸੀਂ ਲਰਨ ਵੀ ਕਰਨਾ ਹੈ, ਇਹਦੇ ਵਿੱਚ ਇਹਨਾਂ ਨੇ ਚਲੋ ਦੇ ਦਿੱਤਾ ਹੋਇਆ ਬਟ ਤੁਸੀਂ ਇਹਨੂੰ ਲਰਨ ਕਰਨਾ ਹੈ ਕਿ ਇਹਦਾ ਫਾਰਮੂਲਾ ਇਹ ਬਹੁਭੁਜ ਦੇ ਅੰਦਰਲੇ ਕੋਣਾਂ ਦਾ ਜੋੜ। ਠੀਕ ਹੈ ਅੰਦਰਲੇ ਕੋਣਾਂ ਦਾ ਜੋੜ ਕੀ ਹੁੰਦਾ x - 2 × 180, ਜਿੱਥੇ x ਕੀ ਹੁੰਦਾ ਹੈ ਭੁਜਾਵਾਂ ਦੀ ਗਿਣਤੀ। ਸੋ ਮਿਨੀਮਮ ਕਿੱਥੋਂ ਸਟਾਰਟ ਹੁੰਦਾ ਹੈ 3 ਤੋਂ। 3 ਕਿਹਦੇ ਲਈ ਹੁੰਦਾ ਤਿੰਨ ਭੁਜਾਵਾਂ ਕੀ ਹੁੰਦੀਆਂ ਟ੍ਰਾਇੰਗਲ ਦੀਆਂ, ਤਿਕੋਣ ਦੀਆਂ। ਠੀਕ ਹੈ ਸੋ ਇਹ ਫਾਰਮੂਲਾ ਤੁਸੀਂ ਲਰਨ ਕਰਨਾ ਹੈ। ਇਹਦੇ ਵਿੱਚ ਕੀ ਹੈ ਇਸ ਫਾਰਮੂਲੇ ਦੀ ਵਰਤੋਂ ਕਰਦੇ ਹੋਏ ਹੇਠ ਦਿੱਤੀਆਂ ਬਹੁਭੁਜਾਂ ਦੇ ਕੋਣਾਂ ਦਾ ਜੋੜ ਪਤਾ ਕਰੋ। ਹੁਣ ਦੇਖੋ ਸਮ ਆਫ ਐਂਗਲਸ ਅਸੀਂ ਫਾਈਂਡ ਆਊਟ ਕਰਨਾ ਮਤਲਬ ਅੰਦਰਲੇ ਕੋਣਾਂ ਦਾ ਜੋੜ ਪਤਾ ਕਰਨਾ ਜਦੋਂ ਭੁਜਾਵਾਂ ਕਿੰਨੀਆਂ ਹੋਣ 4। ਪਹਿਲਾ ਪਾਰਟ ਕੀ ਹੈ ਜਦੋਂ x ਕੇ ਦੇ ਇਕੁਅਲ ਹੈ 4। ਸੋ ਫਾਰਮੂਲਾ ਤੁਹਾਡੇ ਕੋਲ ਕੀ ਹੈ x - 2 × 180। ਬਹੁਤ ਇੰਪੋਰਟੈਂਟ ਹੈ ਤੁਸੀਂ ਲਰਨ ਕਰਨਾ ਇਹਨੂੰ। x ਦੀ ਵੈਲਿਊ ਤੇ 4 ਪੁੱਟ ਕਰ ਦਿਓ 4 - 2 × 180 ਡਿਗਰੀ। ਸੋ ਇਹ ਕਿਹਦੇ ਇਕੁਅਲ ਬਣ ਗਿਆ ਸਾਡੇ ਕੋਲ 2 × 180 ਡਿਗਰੀ ਐਂਡ 2 × 180 ਕਿਹਦੇ ਇਕੁਅਲ ਬਣ ਗਿਆ ਤੁਹਾਡੇ ਕੋਲ 360 ਡਿਗਰੀ। ਸੋ ਇਹਦਾ ਮਤਲਬ ਕੀ ਹੋ ਗਿਆ ਜੇ ਤੁਹਾਡੇ ਕੋਲ ਕੋਈ ਵੀ ਬਹੁਭੁਜ ਹੈ ਜਿਹਦੀਆਂ 4 ਭੁਜਾਵਾਂ ਜਿੱਦਾਂ ਚਤੁਰਭੁਜ ਬਣ ਗਈ ਉਹਦੇ ਅੰਦਰੂਨੀ ਕੋਣਾਂ ਦਾ ਜੋੜ ਕੇ ਇਹਦੇ ਇਕੁਅਲ ਬਣਦਾ ਹੁੰਦਾ 360 ਡਿਗਰੀ ਦੇ। ਇਹ ਸੀ ਫਸਟ ਪਾਰਟ। ਅੱਗੇ ਕੀ ਤੁਹਾਨੂੰ ਗਿਵਨ ਹੈ ਸੈਕਿੰਡ ਪਾਰਟ ਜਿਹਦੇ ਵਾਸਤੇ ਕੀ ਹੈ n = 5। n5 ਦੇ ਵਾਸਤੇ ਤੁਸੀਂ ਇਹਦੇ ਵਿੱਚ n5 ਪੁੱਟ ਕਰ ਦਿਓ। ਇਹ ਬਣ ਗਿਆ ਤੁਹਾਡੇ ਕੋਲ 5 - 2 × 180 ਡਿਗਰੀ। 5 - 2 is 3, 3 × 180। ਇਹ ਕਿੰਨਾ ਬਣ ਗਿਆ 54 ਮੀਨਸ 0 ਲਾ ਕੇ 540। ਸੋ ਪੰਜ ਭੁਜਾਵਾਂ ਵਾਲਾ ਜਿਹੜਾ ਹੈ ਬਹੁਭੁਜ ਉਹਦੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੋਊਗਾ 540 ਡਿਗਰੀ। ਸਿਮਿਲਰਲੀ ਫॉर n = 7, n 7 ਵਾਸਤੇ ਕੀ ਕਰਨਾ ਤੁਸੀਂ ਇਹ ਬਣ ਗਿਆ 7 - 2 × 180 ਡਿਗਰੀ। ਸੋ 7 - 2 is 5, 5 × 180 ਡਿਗਰੀ। ਇਹ ਕਿਹਦੇ ਇਕੁਅਲ ਬਣ ਜਾਏਗਾ 900 ਦੇ। ਸੋ ਇਹ ਬਣ ਜਾਏਗਾ ਤੁਹਾਡੇ ਕੋਲ ਇੱਥੇ 900। ਹੋਪ ਸੋ ਸਾਰਿਆਂ ਨੂੰ ਸਮਝ ਆ ਗਈ ਹੋਵੇਗੀ। ਨੈਕਸਟ ਦੇਖੋ ਕੁਐਸਚਨ ਨੰਬਰ 6 ਕੀ ਹੈ ਹੇਠਾਂ ਦਿੱਤੇ ਚਿੱਤਰਾਂ ਵਿੱਚ x ਦਾ ਮੁੱਲ ਪਤਾ ਕਰੋ। ਫਾਈਂਡ x ਇਨ the following figures। x ਦੇਖੋ ਇੱਥੇ ਵਿੱਚ ਫਾਈਂਡ ਆਊਟ ਕਰਨਾ ਬਹੁਤ ਹੀ ਈਜ਼ੀ ਹੈ। ਇਹ ਤੁਸੀਂ ਲੋਅਰ ਕਲਾਸਿਸ ਦੇ ਵਿੱਚ ਵੀ ਕੀਤਾ ਹੋਣਾ। ਐਂਗਲ a + b + c + d = 360। ਸੋ ਐਂਗਲ a ਕਿੰਨਾ ਹੈ 130। 130 + 120 + 50 + x = 360 ਡਿਗਰੀ। ਸੋ ਇਹਨਾਂ ਸਾਰਿਆਂ ਨੂੰ ਜੇ ਤੁਸੀਂ ਐਡ ਕਰੋਗੇ ਇਹ ਤੁਹਾਡੇ ਕੋਲ ਬਣ ਜਾਏਗਾ 300 ਡਿਗਰੀ। 300 + x ਕਿੰਨਾ ਆ ਗਿਆ 360 ਡਿਗਰੀ। ਸੋ x = 360 - 300। 360 - 300 ਕਰੋਗੇ ਤੇ ਕਿੰਨਾ ਆ ਗਿਆ 60 ਡਿਗਰੀ। ਸੋ ਇਹ ਵਾਲਾ ਜੋ ਐਂਗਲ ਹੈ ਇਹਦੀ ਵੈਲਿਊ ਕਿੰਨੀ ਹੈ 60 ਡਿਗਰੀ। ਸੋ ਸਿਮਿਲਰਲੀ ਬੇਟਾ ਇਹ ਵਾਲਾ ਕੁਐਸਚਨ ਕਰਨਾ ਹੈ ਕਿੰਨੀਆਂ ਭੁਜਾਵਾਂ ਇਹਦੀਆਂ 1 2 3 4 5 ਪੰਜ ਭੁਜਾਵਾਂ ਇਹਦੀਆਂ। ਸੋ ਪੰਜ ਭੁਜਾਵਾਂ ਵਾਲਾ ਇਹ ਹੈ। ਇਹ ਪ੍ਰੀਵੀਅਸ ਫਾਰਮੂਲਾ ਤੁਸੀਂ ਕੀਤਾ ਹੋਇਆ ਕਿ ਪੰਜ ਭੁਜਾਵਾਂ ਵਾਲੇ
जो बहुभुज हुंदा है इहदे पंजों कोणां दा जोड़ के इहदे इक्वल हुंदा 540 दे इक्वल हुंदा है। ठीक है, हुण आ वाली चीज देखो गिवन है, ਇਹਦਾ मतलब कि ऑल साइड्स आर इक्वल, ये सारियां साइड्स इक्वल आ। जे सारियां साइड इक्वल है ते सारे एंगल भी किन्ने होणगे, इक्वल होणगे। सारियां भुजावां बराबर होण तां उहनां दे ਜਿਹੜੇ ਸਾਰੇ ਕੋਣ ਉਹ ਵੀ ਕੀ ਹੋਣਗੇ, ਬਰਾਬਰ ਹੋਣਗੇ। ਜੇ ਕੋਣ ਬਰਾਬਰ ਹੈ, ਜੇ ਇੱਕ ਕੋਣ x ਆ ਤੇ ਬਾਕੀ ਕੋਣ ਵੀ ਕੀ ਹੋਣਗੇ, x। 5 टाइम ਤੁਸੀਂ ਕਰੋਗੇ ਕਿਹਦੇ ਇਕੁਅਲ ਬਣ ਜਾਏਗਾ, ਇਹ 540 ਦੇ। प्रीवियस फॉर्मूले च तुहानूं पता है 540 किद्दां आया, 5 भुजावां दा। सो ये की बन गया 5x इज इक्वल टू 540। सो x के इक्वल बन जाएगा 540 ओवर 5। सो ਇਹਦਾ आंसर कितना आ गया 108 डिग्री। सो ਇਹਦੇ ਵਿੱਚ x ਦੀ वैल्यू कितनी आ जाएगी 108। हाँ जी, 7th क्वेश्चन देखो की है, x y एंड z नू फाइंड आउट करना। देखो बहुत ईजी क्वेश्चन है भी। ਇਹਦੇ ਵਿੱਚ देखो की है, ए वाला एंगल कितना 90, ए कितना है x। सो किस तरह देखो एंगल ਇਹਦਾ गिवन है, जे मैं ਇਹਨੂੰ ਇਦਾਂ ड्रॉ करा, एक साइड की ਇਹਦੀ इस साइड ਤੇ है, ए वाला एंगल बेटा गिवन है ਤੁਹਾਨੂੰ 90 डिग्री ਦਾ। सो ए वाला एंगल हैगा ਤੁਹਾਡੇ ਕੋਲ x ਤੇ ਤੁਹਾਨੂੰ ਪਤਾ है कि ए की है सीधी रेखा, सीधी लाइन ਦੇ ਉੱਪਰ ਜਿਹੜੀ ਹੈ सरल लाइन ਆ, ਇਹਦੇ ਉੱਪਰ ਕੀ ਹੈ ਦੋ ਕੋਣ ਬਣ ਗਏ ਤੇ ਇਹ ਦੋ ਕੋਣ ਜਿਹੜੇ ਹੁੰਦੇ ਆ ਇਹਨਾਂ ਦਾ ਜੋੜ ਕੇ ਦੇ ਇਕੁਅਲ ਹੁੰਦਾ 180 डिग्री ਦੇ। ਸੋ ਇਹਦਾ ਮਤਲਬ ਕੀ ਹੋ ਗਿਆ, x plus 90। इत्थों ਆਪਾਂ इस चीज ਨੂੰ ਜੇ देखिए, ਇਹ ਕੀ ਬਣ ਗਿਆ ਤੁਹਾਡੇ ਕੋਲ x plus 90 डिग्री is equal to 180। so value of x is 180 degree minus 90। this value comes out to be 90 degree। so x is equal to 90 degree। x ਦੀ वैल्यू कितनी आ गई 90। सिमिलरली z देखो, z and 30 ਇਹ ਵੀ ਕੀ ਹੈ ਤੁਹਾਡੇ ਕੋਲ, ਇਹ ਵੀ ਇਸ ਤਰ੍ਹਾਂ ਬਣ ਰਿਹਾ ਤੁਹਾਡੇ ਕੋਲ, ਇਹ ਸਟ੍ਰੇਟ ਲਾਈਨ ਹੈ। ਇੱਥੇ ਕੀ ਹੈ z एंड ए वैल्यू कितनी है 30 डिग्री। सो इन्हां दोनों का जो सम है वो भी किहदे इक्वल होएगा 180 डिग्री दे। ਇਹਦਾ मतलब की हो गया z plus 30 is equal to 180 डिग्री and z is equal to 180 minus 30। so ਇਹਦੀ वैल्यू कितनी आ गई z ਦੀ 150। z भी सानू पता चल गया। हुण रह गई वैल्यू y ਦੀ। y ਦੀ वैल्यू देखो की है, एक प्रॉपर्टी हुंदी है ਇਹਦੇ ਵਿੱਚ कि बाहरी कोण है जो, बाहरी कोण किहदे बराबर हुंदा है, अंदरले सन्मुख कोणां दे जोड़ दे बराबर। सो एंगल y है जो उन्हें किहदे इक्वल बन जाना है 30 plus 90 डिग्री। आ बाहरला कोण है ना, बाहरी कोण की हुंदा अंदरूनी दो कोणां दे जोड़ दे बराबर हुंदा है। ਇਹਦਾ ਤੁਸੀਂ ਇਹ ਰੀਜ਼ਨ ਲਿਖਣਾ ਇੱਥੇ, ਇੱਥੇ ਮੈਂ ਲਿਖ ਦਿੰਨੀ ਆ अंदरूनी जो सामने वाले कोण आ सन्मुख कोणां दे जोड़ दे बराबर हुंदा है, जोड़ दे बराबर हुंदा है। सो ये किहदे इक्वल आ गया, एंगल y इज इक्वल टू 120 डिग्री। तुसी दूसरे मैथड नाल भी कर सकदे सी, ये 90 है ते ये 30 है, ये कितना बन गया दोनों दा टोटल 120 ते 180 जो तुसी माइनस कर दिंदे, ये वाला एंगल तुसी फाइंड आउट कर लेना सीगा, ये बन जाना सी 60। सो 180 जो 60 माइनस कर देना सी तो आ जाना सी 120। तो जिस तरह भी तुहानू अच्छा लगे तुसी दोनों तरीके नाल फाइंड आउट। 8th क्वेश्चन की है, किसी समानांतर चतुर्भुज के दो लाघवी कोणां दा अनुपात 4:5 है। ਜਦੋਂ ਤੁਹਾਨੂੰ ਅਨੁਪਾਤ ਦਿੱਤਾ ਹੋਵੇ ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਤੁਸੀਂ ਉਹਨੂੰ x ਦੇ ਵਿੱਚ ਸਪੋਜ਼ ਕਰਨਾ। ਹੁਣ ਕੀ ਹੈ, ਇਹ ਸਮਾਨਾਂਤਰ ਚਤੁਰਭੁਜ ਸਪੋਜ਼ ਕਰ ਲੈਂਦੇ ਆ ਕਿ ਇੱਥੇ ਮੈਂ ਟਰਾਈ ਕਰਦੀ ਹਾਂ ਬਣਾਉਣ ਦੀ। ਸਪੋਜ਼ ਕਰ ਲੈਂਦੇ ਕਿ ਤੁਹਾਡੇ ਕੋਲ ਸਮਾਨਾਂਤਰ ਚਤੁਰਭੁਜ ਹੈ ਬੇਟਾ, ਪ੍ਰੋਪਰ ਨਹੀਂ ਬਣਿਆ ਡਾਇਗਰਾਮ ਬਟ ਤੁਸੀਂ ਕਨਸੈਪਟ ਸਮਝੋ। ਇਹ ਕਿ ਤੁਹਾਡੇ ਕੋਲ ਮੰਨ ਲੈਂਦੇ ਸੀ a b c and d। ਇਹ ਕੀ ਹੈ ਤੁਹਾਡੇ ਕੋਲ ਇੱਕ ਸਮਾਨਾਂਤਰ ਚਤੁਰਭੁਜ, ਇਹ ਵਾਲੀਆਂ ਭੁਜਾਵਾਂ ਜਿਹੜੀਆਂ ਹੈ ਕਿ ਆਪਸ ਦੇ ਵਿੱਚ ਬਰਾਬਰ ਹੋਣਗੀਆਂ। सो पहले वाला एंगल है जो समानांतर भी हो गया। मान लो कि एक एंगल है जो वो कितना है a, ਉਹਨੂੰ ਅਸੀਂ ਕੀ ਸਪੋਜ਼ ਕਰ ਲੈਂਦੇ ਆ 4x ਤੇ ਦੂਸਰਾ ਹੈ ਜੋ ਐਂਗਲ b, ਉਹਨੂੰ ਅਸੀਂ ਕੀ ਸਪੋਜ਼ ਕਰ ਲੈਂਦੇ ਆ 5x। ਜੋ ਰੇਸ਼ੋ ਵਿੱਚ ਗਿਵਨ ਹੈ ਉਹਨੂੰ ਅਸੀਂ ਇਸ ਤਰ੍ਹਾਂ ਲਿਖ ਲਿਆ।
ठीक है। हुण ये है एंगल ए, ये है एंगल बी। हुण ਇਹਦਾ ਅਸੀਂ ਇੱਕ ਪ੍ਰੋਪਰਟੀ ਯੂਜ਼ ਕਰਨੀ ਹੈ ਕਿ ਲਾਗਵੇਂ ਕੋਣ ਦੇਖੋ, ਇਹ ਦੋਨੋਂ ਕੀ ਹੈ, ਲਾਗਵੇਂ ਕੋਣ ਆ, ਤੇ ਲਾਗਵੇਂ ਕੋਣਾਂ ਦਾ ਜਿਹੜਾ ਜੋੜ ਹੁੰਦਾ ਹੈ ਉਹ ਕਿਹਦੇ ਇਕੁਅਲ ਹੁੰਦਾ ਹੈ 180। ਸੋ ਇੱਥੇ ਅਸੀਂ ਲਿਖ ਲੈਂਦੇ, ਸੋ ਇੱਥੇ ਅਸੀਂ ਲਿਖ ਲੈਂਦੇ ਆ ਲਾਗਵੇਂ ਕੋਣਾਂ ਦਾ ਜੋੜ ਕਿਹਦੇ ਇਕੁਅਲ ਹੁੰਦਾ ਹੈ 180 डिग्री। सो ए ते बी दोनों लागवे कोण है, ਇਹਦਾ मतलब की बन गया 4x plus 5x जो है किहदे इक्वल बन गया 180। ਇਹਦਾ मतलब 9x is equal to 180। so value of x is equal to 180 by 9। so value of x is 20। so x आ गया 20। ਉਸ ਤੋਂ ਬਾਅਦ ਕੀ ਹੈ, ਐਂਗਲ A ਸਾਨੂੰ ਪਤਾ ਚੱਲ ਗਿਆ, ਸਾਰੇ ਕੋਣ ਅਸੀਂ ਫਾਈਂਡ ਆਊਟ ਕਰਨੇ ਆ। ਸੋ ਐਂਗਲ A ਸਮਾਨਾਂਤਰ ਚਤੁਰਭੁਜ ਹੈ। ਸੋ ਇੱਕ ਪ੍ਰੋਪਰਟੀ ਹੋਰ ਹੈ ਕਿ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ ਜਿਹੜੇ ਹੁੰਦੇ ਬਰਾਬਰ ਹੁੰਦੇ ਆ। ਸਨਮੁਖ, ਇਹਦਾ ਸਨਮੁਖ ਕੋਣ ਕਿਹੜਾ ਸੀ, ਇਹਦਾ ਮਤਲਬ ਕੀ ਹੋ ਗਿਆ, ਐਂਗਲ A ਹੈ ਜੋ ਉਹ ਕਿਹਦੇ ਇਕੁਅਲ ਬਣ ਗਿਆ ਐਂਗਲ C ਦੇ। ਕਿਉਂ ਬਣਿਆ ਇਹ, ਕਿਉਂਕਿ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ, ਮੈਂ ਲਿਖ ਦਿੰਦੀ ਇੱਥੇ, ਜੋ ਸਮਾਨਾਂਤਰ ਚਤੁਰਭੁਜ ਹੁੰਦੀ ਹੈ ਇਸ ਦੇ ਸਨਮੁਖ ਕੋਣ ਹੈ, ਜੋ ਸਨਮੁਖ ਕੋਣ ਉਹ ਕੀ ਹੁੰਦੇ ਹੈ ਬਰਾਬਰ ਹੁੰਦੇ ਹਨ, ਉਹ ਬਰਾਬਰ ਹੁੰਦੇ ਹਨ। ਜੇ ਬਰਾਬਰ ਹੈ ਤੇ ਇਹਦਾ ਮਤਲਬ ਜੋ ਐਂਗਲ A ਹੈ ਉਹ ਵੀ C ਹੋ ਗਿਆ। ਐਂਗਲ A is equal to ਐਂਗਲ C is equal to ਕਿੰਨਾ ਬਣ ਜਾਏਗਾ, ਐਂਗਲ A ਦੇਖੋ ਅਸੀਂ ਫਾਈਂਡ ਆਊਟ ਕਰਨਾ ਹਲੇ, x ਕਿੰਨਾ 20, ਐਂਗਲ A ਕਿੰਨਾ ਬਣ ਜਾਏਗਾ, ਐਂਗਲ A ਦੇਖੋ ਕਿੰਨਾ ਹੈ ਤੁਹਾਡੇ ਕੋਲ 4 into x ਹੈ। तो x की वैल्यू सी 20, तो ਇਹਦਾ आंसर कितना आ गया 80। सो x is equal to c is equal to 80 डिग्री। सो ये दोनों एंगल है जो ये कितना आ गया 80 डिग्री आंसर बन गया। सिमिलरली एंगल बी फाइंड आउट ਅਸੀਂ ਕਰ ਸਕਦੇ ਹਾਂ। एंगल बी देखो, एंगल बी ਦੇ ਵਿੱਚ ਕੀ ਹੈ, x है 5x है, 5 into x ਦੀ ਵੈਲਿਊ ਕਿੰਨੀ ਆਈ ਸੀ 20, ਇਹ ਕਿੰਨਾ ਆ ਗਿਆ ਸੀ 100। ਸੋ ਐਂਗਲ B ਹੈ ਉਹ ਕਿਹਦੇ ਇਕੁਅਲ ਬਣ ਗਿਆ ਐਂਗਲ D ਦੇ। ਸੇਮ ਰੀਜ਼ਨ ਕਿ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ ਜੋ ਹੈ ਉਹ ਬਰਾਬਰ ਹੁੰਦੇ ਹਨ। ਸੋ ਇਹ ਦੋਨੋਂ ਕਿਹਦੇ ਇਕੁਅਲ ਬਣ ਗਏ 100। ਸੋ ਐਂਗਲ A ਵੀ ਪਤਾ ਚੱਲ ਗਿਆ, B, C and D ਸਾਰੇ ਦੇ ਸਾਰੇ ਐਂਗਲ ਹੈ ਜੋ ਸਮਾਨਾਂਤਰ ਚਤੁਰਭੁਜ ਦੇ ਉਹ ਅਸੀਂ ਫਾਈਂਡ ਆਊਟ ਕਰ ਲਏ। ਸੋ ਇਸ ਤਰ੍ਹਾਂ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ। नेक्स्ट देखो क्वेश्चन नंबर 9, RACE की है एक सम चतुर्भुज है, एक सम चतुर्भुज है, एक्स वाई जेड ਅਸੀਂ फाइंड आउट करना है ਤੇ ਉੱਤਰ ਦੀ ਜਾਂਚ ਕਰੋ ਤੇ ਸਮ ਚਤੁਰਭੁਜ ਦਾ ਪਰਿਮਾਪ ਵੀ ਪਤਾ ਕਰੋ। ਹੁਣ ਦੇਖੋ ਇਹਦੇ ਵਿੱਚ ਪ੍ਰੋਪਰਟੀ ਲੱਗਣੀ ਹੈ, ਪ੍ਰੋਪਰਟੀ ਕੀ ਹੈ ਕਿਉਂਕਿ ਕਿਹੜੀ ਫਿਗਰ ਦਿੱਤੀ ਹੋਈ ਹੈ ਸਮ ਚਤੁਰਭੁਜ। ਸਮ ਚਤੁਰਭੁਜ ਕੀ ਹੁੰਦੀ ਹੈ, ਇਹਦੀ ਪ੍ਰੋਪਰਟੀ ਆ ਤੁਹਾਡੇ ਕੋਲ ਕਿਹਦੇ ਡਾਇਗਨਲਸ ਹੈ, ਵਿਕਰਨ ਹੈ। ਇਹਦੀ ਪ੍ਰੋਪਰਟੀ ਦੇਖੋ ਇਹਦੇ ਅਕੋਰਡਿੰਗ ਕੀ ਹੈ ਕਿ ਸਮ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਕੀ ਕਰਦੇ ਹੁੰਦੇ ਆ, ਲੰਬ ਸਮਦੁਭਾਜਕ ਹੁੰਦੇ ਆ। ਲੰਬ ਸਮਦੁਭਾਜਕ ਦਾ ਮਤਲਬ ਕੀ ਹੋ ਗਿਆ, ਇੱਕ ਤਾਂ ਲੰਬ ਹੈ, ਦੂਸਰਾ ਕੀ ਹੈ, ਇਹ ਇੱਕ ਦੂਸਰੇ ਨੂੰ ਸਮਾਨ ਸਮਦੁਭਾਜਿਤ ਸਮਾਨ ਬਰਾਬਰ ਭਾਗਾਂ ਵਿੱਚ ਵੰਡਦੇ। ਠੀਕ ਹੈ, EI ਨੇ ਜਦੋਂ CR ਨੇ ਆਪਸ ਦੇ ਵਿੱਚ ਇਹ ਕੱਟਣਗੇ ਤਾਂ ਇਹਨੇ ਕੀ ਬਰਾਬਰ ਭਾਗਾਂ ਦੇ ਵਿੱਚ ਨੂੰ ਵੰਡ ਦੇਣਾ। EO ਕਿਹਦੇ ਬਰਾਬਰ ਹੋਣਾ OI ਦੇ ਤੇ CO ਕਿਹਦੇ ਬਰਾਬਰ ਬਣ ਜਾਣਾ OR ਦੇ ਇਕੁਅਲ ਬਣ ਜਾਣਾ। ਸੋ ਇਹੀ ਪ੍ਰੋਪਰਟੀ ਨੂੰ ਯੂਜ਼ ਕਰਦੇ ਸੀ ਸਮ ਸੋਲਵ ਕਰਨ ਲੱਗੇ ਆ। ਹੁਣ ਇਹਦੇ ਵਿੱਚ ਦੇਖੋ ਕੀ ਬਣਨਾ ਸਾਡੇ ਕੋਲ, ਵਿਕਰਨ ਇੱਕ ਦੂਸਰੇ ਨੂੰ ਕੀ ਕਰਦੇ ਆ ਸਮਦੁਭਾਜਿਤ ਕਰਦੇ ਆ। ਸੋ ਇਹਦਾ ਮਤਲਬ ਕੀ ਹੋ ਗਿਆ ਕਿ ਇਹ ਵਾਲੀ ਵੈਲਿਊ OR ਜੋ OR ਹੈ ਉਹਨੇ ਕਿਹਦੇ ਇਕੁਅਲ ਬਣ ਜਾਣਾ ਹੈ OC ਦੇ। OR ਦੀ ਵੈਲਿਊ ਕਿੰਨੀ ਗਿਵਨ ਹੈ y plus x, y plus x is equal to OC, OC is 12। ਸੋ ਇਹ ਵਾਲੇ ਤੋਂ ਸਾਡੇ ਕੋਲ ਇਹ ਵੈਲਿਊ ਬਣ ਗਈ। ਸਿਮਿਲਰਲੀ x plus 2 ਨੇ ਕਿਹਦੇ ਇਕੁਅਲ ਬਣ ਜਾਣਾ 5 ਦੇ। ਸੋ ਇੱਥੇ ਅਸੀਂ ਕੀ ਕਰ ਸਕਦੇ ਹਾਂ x plus 2 is equal to 5। x ਦੀ ਵੈਲਿਊ ਆ ਜਾਏਗੀ, ਇਹ ਕੀ ਬਣੇਗੀ 5 minus 2 is 3। ਇੱਥੇ x ਦੀ ਵੈਲਿਊ ਪੁੱਟ ਕਰ ਦੋ, y plus 3 is equal to 12 and value of y is 12 minus 3 is 9। so x ਤੇ y ਕਿੰਨਾ ਆ ਗਿਆ, x ਆ ਗਿਆ 3 and y ਕਿੰਨਾ ਆ ਗਿਆ 9 ਆ ਗਿਆ। ਨੈਕਸਟ ਕੀ ਪੁੱਛਿਆ ਹੋਇਆ ਇਹਨਾਂ ਨੇ, ਪਰਿਮਾਪ ਫਾਈਂਡ ਆਊਟ ਕਰਨ ਲਈ ਬੋਲਿਆ ਹੋਇਆ। ਪਰਿਮਾਪ ਫਾਈਂਡ ਆਊਟ ਕਰਨ ਲਈ ਅਸੀਂ ਕੀ ਕਰਨਾ, ਪਹਿਲਾਂ ਇਹਦਾ ਸਾਈਡ ਪਤਾ ਹੋਣੀ ਚਾਹੀਦੀ। ਤੁਹਾਨੂੰ ਪਤਾ ਪਰਿਮਾਪ ਕੀ ਹੁੰਦਾ, ਘੇਰਾ। ਸਾਨੂੰ ਇਹਦੀ ਇੱਕ ਸਾਈਡ ਅਸੀਂ ਫਾਈਂਡ ਆਊਟ ਕਰਨੀ, ਇੱਕ ਸਾਈਡ ਪਤਾ ਲੱਗ ਗਈ ਤਾਂ ਚਾਰੇ ਭੁਜਾਵਾਂ ਕੀ ਹੁੰਦੀਆਂ ਨੇ ਬਰਾਬਰ ਹੁੰਦੀਆਂ। ਸੋ ਇੱਕ ਭੁਜਾ ਨੂੰ ਅਸੀਂ ਫਾਈਂਡ ਆਊਟ ਕਰਨਾ, ਇੱਕ ਭੁਜਾ ਨੂੰ ਫਾਈਂਡ ਆਊਟ ਕਰਨ ਲਈ ਦੇਖੋ
ਇਹ ਐਂਗਲ ਕਿੰਨਾ 90 ਡਿਗਰੀ ਦਾ, ਇਹ ਭੁਜਾ ਕਿੰਨੀ 5 ਇਹ ਕਿੰਨੀ 12 ਆ, ਤੇ ਅਸੀਂ ਇੱਥੇ ਕੀ ਲਗਾ ਦਾਂਗੇ ਪਾਈਥਾਗੋਰਸ ਥਿਓਰਮ ਲਗਾ ਦਾਂਗੇ। ਪਾਈਥਾਗੋਰਸ ਥਿਓਰਮ ਜੇ ਅਸੀਂ ਇਹਦੇ ਉੱਪਰ ਲਗਾਵਾਂਗੇ ਤਾਂ ਪਾਈਥਾਗੋਰਸ ਦਾ ਇੱਕ ਡਾਇਰੈਕਟ ਰਿਜ਼ਲਟ ਵੀ ਹੁੰਦਾ ਹੈ ਕਿ ਜੇ ਇੱਕ ਭੁਜਾ 5 ਹੈ, ਇੱਕ ਭੁਜਾ 12 ਹੈ, ਤੇ ਤੀਸਰੀ ਭੁਜਾ ਕਿੰਨੀ ਹੁੰਦੀ 13। ਪਾਈਥਾਗੋਰੀਅਨ ਟ੍ਰਿਪਲੇਟ ਬੇਟਾ ਯਾਦ ਹੀ ਰੱਖ ਲਓ। ਜਿਸ ਤਰ੍ਹਾਂ ਕੀ ਹੁੰਦਾ, ਇੱਕ ਹੁੰਦਾ 3, ਇੱਕ ਹੁੰਦਾ 4, ਇੱਕ ਹੁੰਦਾ 5। ਇਸੇ ਤਰ੍ਹਾਂ ਇੱਕ ਹੁੰਦਾ 5, ਇੱਕ ਹੁੰਦਾ 12, ਇੱਕ ਹੁੰਦਾ 13। ਸੋ ਇਹ ਤੁਹਾਡੇ ਕੋਲ ਕੀ ਹੈ ਪਾਈਥਾਗੋਰਸ ਟ੍ਰਿਪਲੇਟ ਦੇ ਥਰੂ ਅਸੀਂ ਡਾਇਰੈਕਟ ਆਂਸਰ ਇਹਦਾ ਫਾਈਂਡ ਆਊਟ ਕਰ ਲਿਆ। ਅਦਰਵਾਈਜ਼ ਤੁਸੀਂ ਇਹਨੂੰ ਕਿੱਦਾਂ ਫਾਈਂਡ ਆਊਟ ਕਰ ਸਕਦੇ ਆ, ਜੇ ਤੁਹਾਡੇ ਕੋਲ ਕੀ ਹੈ ਇੱਕ ਰਾਈਟ ਐਂਗਲ ਟ੍ਰਾਇੰਗਲ ਬਣ ਗਈ ਹੈ। ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਦੇਖੋ ਇਸ ਤਰ੍ਹਾਂ ਰਾਈਟ ਐਂਗਲ ਟ੍ਰਾਇੰਗਲ ਬਣੀ ਹੈ। ਇਹ ਕਿੰਨਾ ਹੈ 12, ਇਹ ਕਿੰਨਾ ਹੈ 5। ਇਹ ਚੀਜ਼ ਅਸੀਂ ਫਾਈਂਡ ਆਊਟ ਕਰਨੀ ਹੈ। ਇਹ ਹੈ E C and O। ਇਹਦੇ ਵਿੱਚ ਕੀ ਬਣਦਾ ਹੈ, ਇਹ ਵਾਲੀ ਚੀਜ਼ ਜੋ ਹੈ ਕਿਹਦੇ ਇਕੁਅਲ ਹੁੰਦੀ ਆ ਸਕੁਅਰ ਰੂਟ ਆਫ ਕਿਹਦਾ ਇਹਨਾਂ ਦੋਨਾਂ ਦੇ ਸਕੁਅਰ ਦਾ ਸਮ। 12 ਦਾ ਸਕੁਅਰ ਕਿੰਨਾ ਹੁੰਦਾ 12 ਦਾ ਵਰਗ ਹੁੰਦਾ 144 ਤੇ 5 ਦਾ ਵਰਗ ਕਿੰਨਾ ਹੁੰਦਾ 25। ਸੋ 144 ਜਮਾ 25 ਕਿੰਨੇ ਬਣਦੇ ਹੁੰਦੇ 169 ਤੇ 169 ਦਾ ਵਰਗਮੂਲ ਕਿੰਨਾ ਹੁੰਦਾ 13। ਸੋ ਇਸ ਤਰ੍ਹਾਂ ਇਹ ਵਾਲੀ ਜਿਹੜੀ ਸਾਡੇ ਕੋਲ ਸਾਈਡ ਹੋ ਜਾਂਦੀ 13। ਸੋ ਅਸੀਂ ਕੀ ਇਹਦਾ ਫਾਈਂਡ ਆਊਟ ਕਰਨਾ ਹੁਣ ਪਰਿਮਾਪ। ਉੱਤਰ ਦੀ ਜਾਂਚ ਕਰਨ ਨੂੰ ਕਿਹਾ ਹੋਇਆ ਤੇ ਪਰਿਮਾਪ ਦੇਖੋ ਕੀ ਬਣ ਗਿਆ, ਇਹ ਇੱਕ ਸਾਈਡ ਕਿੰਨੀ ਆ ਗਈ ਤੁਹਾਡੇ ਕੋਲ 13 ਤੇ ਪਰਿਮਾਪ ਕਿੰਨਾ ਬਣਨਾ 4 ਗੁਣਾ 13 ਕਿਉਂਕਿ ਸੇਮ ਸਾਈਡਸ ਹੈ। 4 ਗੁਣਾ 13 ਕਿੰਨਾ ਬਣ ਗਿਆ ਦਾ 52 ਆ ਗਿਆ। ਸੋ ਇਹ ਵਾਲੇ ਜਿਹੜੇ ਤੁਹਾਡੇ ਕੋਲ ਆ ਗਿਆ 52। ਸੋ ਪੜਤਾਲ ਦਾ ਮਤਲਬ ਕਿ ਜੋ ਮੈਥਡ ਅਸੀਂ ਫਾਈਂਡ ਆਊਟ ਇੱਥੇ ਲਗਾ ਕੇ ਵੈਲਿਊਜ਼ ਫਾਈਂਡ ਆਊਟ ਕੀਤੀਆਂ, ਤੁਸੀਂ ਤੇ ਵੈਲਿਊ ਪੁੱਟ ਕਰਕੇ ਦੇਖ ਲਓ। x 12 ਇਹ ਕਿੰਨੀ ਤੁਹਾਡੇ ਕੋਲ ਸਾਈਡ 12 ਹੈ ਐਂਡ y plus x ਦਾ ਕਿੰਨਾ ਹੈ y ਕਿੰਨਾ ਹੈ 9x ਹੈਗਾ 3। 9 plus 3 ਵੀ ਕਿੰਨਾ ਬਣਨਾ 12। ਇਹਦਾ ਮਤਲਬ OC is equal to OR ਆ ਰਿਹਾ। ਠੀਕ ਹੈ, ਇਸ ਤਰ੍ਹਾਂ ਇਹ ਚੀਜ਼ ਵੈਰੀਫਾਈ ਹੋ ਗਈ। ਸਿਮਿਲਰਲੀ OE ਕਿੰਨਾ ਤੁਹਾਡੇ ਕੋਲ 5 ਹੈ and OI x plus 2 x is 3 3 plus 2 is 5 so 5 is equal to 5 it means OE is equal to OI। ਸੋ ਇਸ ਤਰ੍ਹਾਂ ਅਸੀਂ ਇਹਦੇ ਉੱਤਰ ਦੀ ਜਾਂਚ ਵੀ ਕਰ ਲਈ। ਸੋ ਬਹੁਤ ਈਜ਼ੀ ਕੁਐਸਚਨ ਸੀ। ਨੈਕਸਟ ਹੈ ਕੁਐਸਚਨ ਨੰਬਰ 10। ਕੁਐਸਚਨ ਨੰਬਰ 10 ਕੀ ਹੈ ਸਮਾਨਾਂਤਰ ਚਤੁਰਭੁਜ ABCD ਵਿੱਚ BC ਅਤੇ D ਪਤਾ ਕਰੋ। ਇੱਕ ਐਂਗਲ 80 ਡਿਗਰੀ ਦਿੱਤਾ ਹੋਇਆ ਤੇ ਬਾਕੀ ਦੇ ਐਂਗਲਸ ਅਸੀਂ ਫਾਈਂਡ ਆਊਟ ਕਰਨੇ। ਹੁਣ ਦੇਖੋ ਇਹ ਕੀ ਹੈਗੀ ਹੈ ਸਮਾਨਾਂਤਰ ਚਤੁਰਭੁਜ। ਸਮਾਨਾਂਤਰ ਚਤੁਰਭੁਜ ਦੀ ਦੇਖੋ ਪ੍ਰਾਪਰਟੀ ਕੀ ਹੁੰਦੀ ਹੈ ਕਿ ਸਨਮੁਖ ਕੋਣ ਜਿਹੜੇ ਹੈ ਉਹ ਕੀ ਹੁੰਦੇ ਆ ਬਰਾਬਰ। ਸਨਮੁਖ ਕੋਣ ਜਿਹੜੇ ਆ ਉਹ ਕਿਹੜੇ ਹੈਗੇ ਆ, A ਦਾ ਸਨਮੁਖ ਕੋਣ ਹੈਗਾ C ਤੇ ਇਹ ਦੋਨੋਂ ਕੀ ਹੁੰਦੇ ਬਰਾਬਰ। ਇਹ ਦੋਨੋਂ ਬਰਾਬਰ ਆ। A ਕਿੰਨਾ ਹੈ 80 ਤੋਂ C ਵੀ ਕਿੰਨਾ ਹੋਏਗਾ 80। ਤਾਂ ਰੀਜ਼ਨ ਕੀ ਆਏਗਾ ਇਹਦਾ ਕਿ ਸਨਮੁਖ ਕੋਣ ਹੈ ਜੋ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ ਕੀ ਹੁੰਦੇ ਆ ਬਰਾਬਰ ਹੁੰਦੇ ਹਨ। ਇਹ ਤੁਸੀਂ ਇਹਦਾ ਰੀਜ਼ਨ ਦੇ ਸਕਦੇ ਹੋ। ਉਸ ਤੋਂ ਬਾਅਦ ਕੀ ਹੈ ਅਸੀਂ B ਫਾਈਂਡ ਆਊਟ ਕਰਨਾ ਬੇਟਾ। ਸੇਮ ਸਮ ਅਸੀਂ ਕਰ ਚੁੱਕੇ ਆ ਕਿ ਇਹ ਸਾਡੇ ਕੋਲ ਕੀ ਹੈ ਲਾਗਵੇਂ ਕੋਣ ਆ ਗਿਆ ਤੇ ਲਾਗਵੇਂ ਕੋਣ ਕੀ ਹੁੰਦੇ ਆ ਸੰਪੂਰਕ ਹੁੰਦੇ ਆ। ਇਹਦਾ ਮਤਲਬ ਕੀ ਹੁੰਦਾ ਲਾਗਵੇਂ ਕੋਣਾਂ ਦਾ ਜੋ ਜੋੜ ਹੈ ਉਹ ਕਿਹਦੇ ਇਕੁਅਲ ਬਣਦਾ ਹੁੰਦਾ 180 ਡਿਗਰੀ ਦੇ। ਐਂਗਲ A plus B is equal to 180। ਠੀਕ ਹੈ, ਰੀਜ਼ਨ ਤੁਸੀਂ ਲਿਖ ਸਕਦੇ ਆ ਕਿਉਂ ਆ। ਇਹ ਕਿਹਦਾ ਹੈ ਤੁਹਾਡੇ ਕੋਲ 80 ਡਿਗਰੀ plus B ਇਹ ਕਿਹਦੇ ਇਕੁਅਲ ਬਣ ਗਿਆ 180 ਡਿਗਰੀ ਦੇ। ਸੋ B ਐਂਗਲ ਹੈ ਜੋ ਉਹ ਕਿਹਦੇ ਇਕੁਅਲ ਬਣ ਜਾਏਗਾ 180 minus 80। 180 minus 80 is 100 degree. So angle B is 100. So similarly same property ਲੱਗ ਜਾਏਗੀ। angle B ਕਿਹਦੇ ਇਕੁਅਲ ਬਣੇਗਾ angle D ਦੇ। angle D ਦੇ ਇਕੁਅਲ ਕਿਉਂ ਬਣ ਗਿਆ ਕਿਉਂਕਿ ਸਨਮੁਖ ਕੋਣ ਹੈ ਜੋ ਉਹ ਕੀ ਹੁੰਦੇ ਆ ਬਰਾਬਰ ਹੁੰਦੇ ਆ। ਸੋ B ਕਿੰਨਾ ਸੀ ਸਾਡੇ ਕੋਲ 100 ਸੋ D ਵੀ ਕਿੰਨਾ ਆ ਜਾਏਗਾ 100 ਡਿਗਰੀ। ਸੋ ਇਸ ਤਰ੍ਹਾਂ ਤੁਸੀਂ ਇਹਦੇ ਸਾਰੇ ਕੋਣ ਜੋ ਹੈ ਉਹ ਫਾਈਂਡ ਆਊਟ ਕਰ ਸਕਦੇ। ਬਹੁਤ ਈਜ਼ੀ ਕੁਐਸਚਨ ਹੈ ਬੇਟਾ ਇਹ ਵਾਲੇ। ਉਸ ਤੋਂ ਬਾਅਦ ਦੇਖੋ 11th ਕੁਐਸਚਨ ਕੀ ਹੈ ਲਾਸਟ ਕੁਐਸਚਨ ਇਸ ਵਰਕਸ਼ੀਟ ਦਾ। 11th ਦੇ ਵਿੱਚ ਕੀ ਹੈ ਸਮਾਨਾਂਤਰ ਚਤੁਰਭੁਜ ਹੈ। ਸਮਾਨਾਂਤਰ ਚਤੁਰਭੁਜ ਦੇ ਵਿੱਚ x ਤੇ y ਦਾ ਮੁੱਲ ਪਤਾ ਕਰਨਾ। ਹੁਣ ਇਹਦੇ ਵਿੱਚ ਕੀ ਹੈ ਤੁਹਾਨੂੰ ਦੇਖੋ ਇਸ ਤਰ੍ਹਾਂ ਐਂਗਲ ਦਿੱਤੇ ਹੋਏ ਆ ਤੇ ਅਸੀਂ ਕੀ ਫਾਈਂਡ ਆਊਟ ਕਰਨਾ x ਤੇ y ਦਾ ਮੁੱਲ ਪਤਾ ਕਰਨਾ। x ਤੇ y ਦਾ ਮੁੱਲ ਪਤਾ ਕਰਨ ਲਈ ਕੀ ਕਰਨਾ ਤੁਸੀਂ ਇਹਨਾਂ ਨੂੰ ਪਹਿਲਾਂ ਇਹਦੀ ਲੇਬਲਿੰਗ ਕਰ ਦਿਓ, ਨਾਮ ਲਿਖ ਦਿਓ। ਇਹਨੂੰ A ਮੰਨ ਲਓ, ਇਹ B ਹੈ, ਇਹ ਆ ਗਿਆ C ਐਂਡ D। ਠੀਕ ਹੈ, ਸਮਾਨਾਂਤਰ ਚਤੁਰਭੁਜ ਹੈ ਸੇਮ ਪ੍ਰੋਪਰਟੀ ਲੱਗੇਗੀ। ਸਨਮੁਖ ਕੋਣ ਹੈ ਆਪੋਜ਼ਿਟ ਐਂਗਲਸ ਕੀ ਹੈ ਉਹ ਇਕੁਅਲ ਹੁੰਦੇ ਆ। ਸੋ ਇਹ 120 ਸੀ ਤਾਂ ਐਂਗਲ CB ਕਿੰਨਾ ਆ ਜਾਏਗਾ 120। ਇਹ ਵੀ 120 ਹੈ। ਮੈਂ ਤੁਹਾਨੂੰ ਵੈਸੇ ਵੀ ਦਿਖਾਤਾ ਔਰ ਪ੍ਰੋਪਰਟੀ ਦੇ ਅਕੋਰਡਿੰਗ ਵੀ ਤੁਹਾਨੂੰ ਪਤਾ ਸੀ। ਹੁਣ ਉਸ ਤੋਂ ਇਲਾਵਾ ਦੇਖੋ ਕੀ ਹੈ ਲਾਗਵੇਂ ਕੋਣਾਂ ਦਾ ਜੋੜ। ਫਿਰ ਉਹੀ ਪ੍ਰੋਪਰਟੀ ਲਗਾਓ। ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ 180। ਲਾਗਵੇਂ ਕੋਣ ਕਿਹੜੇ ਆ A ਤੇ B। A ਤੇ B ਦਾ ਜੋ ਸਮ ਹੈ ਐਂਗਲ A plus ਐਂਗਲ B। ਬੇਟਾ ਦੋ ਹੀ ਪ੍ਰੋਪਰਟੀਜ਼ ਹਰ ਇੱਕ ਕੁਐਸਚਨ ਤੇ ਲੱਗਣੀਆਂ।
सारे क्वेश्चन बहुत ईजी है, तुसीं जरूर करना। ए की हुंदा 180, एंगल ए कितना है 120 प्लस एंगल बी की वैल्यू कितनी है 5x प्लस 10 इज इक्वल टू 180 डिग्री। हुण 5x है, एक कला 5x हो गया, 120 प्लस 10 इज 130 एंड 180 माइनस 130 बन जाएगा, ये कितना आ गया 50 डिग्री। जी ये 50 डिग्री आ गया, ਇਹਦਾ मतलब की हो गया x की वैल्यू कितनी बन गई 50/5। 50/5 का मतलब की हो गया 10। सो एंगल B है जो वो कितना गिवन है ਤੁਹਾਨੂੰ, एंगल B है 5x प्लस 10 डिग्री, 5x प्लस 10 डिग्री, x की वैल्यू इतने पुट कर दियो, 5 इंटू x कितना है 10 प्लस 10, ये कितना बन गया 50, 50 प्लस 10 कितना होता ਤੁਹਾਡੇ ਕੋਲ 60 डिग्री। So angle B is 60 degree. So angle B and angle D are equal. क्यों? Because opposite angles की होंगे दे parallelogram दे equal बननगे। So angle B है जो उन्हें कहते equal बन जाना angle D दे। So दोनों angle कहते equal बन गए 60 degree दे। तो सानू सारे angle find out करन दा method है जो वो पता लग चुकी है। दो properties है, properties ये mostly question से लगती है। ਸੋ ਹੋਪ ਸੋ ਬੇਟਾ ਸਾਰਿਆਂ ਨੂੰ ਕੁਐਸਚਨ ਸਾਰੇ ਬਹੁਤ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਜੇ ਤੁਸੀਂ ਫਰਦਰ ਵੀਡੀਓਜ਼ ਹੋਰ ਚਾਹੁੰਦੇ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਜੋ ਵੀਡੀਓ ਮੈਂ ਪਾਵਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਹੀ ਪਹੁੰਚੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦ ਵੀਡੀਓ।